श्री वाहिगुरु साहिब जीओ। एक ओंकार सतनाम करता पुरख, निरभौ निर्वैर अकाल मूरत, अजूनी सैभं गुर प्रसाद। श्री राग महला पंजवां। मिठा करकै खाया, कौड़ा उपजिया साद। भाई मीत सुरद किए, भाई मीत सुरद किए। विखिया रचिया बाद, जांदे बिलम ना होवई। विणना मैं बिस्माद, मेरे मन सतगुर की सेवा लाग। जो दिसै सो विणसणा, मन की मत त्याग। रहाओ ज्यों कुकर हर काया, धामै दहं दिस जाए। लोभी जंत न जानी, भख अपख सब खाए। काम क्रोध मद व्यापया, फिर जोनी पाए। माया जाल पसारिया, भीतर चोग बनाए। तृष्णा पंखी फासिया, निकस ना पाए माए। जिन कीता तिसह ना जानी, फिर आवे जाए। अनक प्रकारी मोहिया, बहुविध ए संसार। जिसनु रखै सो रहै, समरंथ पुरख अपार। हर जन हर लिव उदरे, नानक सद बलिहार। वाहिगुरु जी का खालसा, वाहिगुरु जी की फतेह। हाजरा हजूर जुगो जुग अटल, चवर छत्र तख्त दे मालिक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਹਰ ਰੋਜ਼ ਜਿਵੇਂ ਆਪ ਜੀ ਨੂੰ ਪਤਾ ਹੀ ਹੈ, ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਰਾਹੀਂ ਤੇ Facebook ਲਾਈਵ ਆਡੀਓ ਦੇ ਰਾਹੀਂ दूर दरांडे देशां प्रदेशां विच बैठे गुरु कीआं प्यारियां संगतां तक अमृतमय पावन श्री गुरु ग्रंथ साहिब जी दी लड़ीवार कथा लैके हाज़र हुन्ने आ, जिस विच रोजाना एक शब्द की विचार की जाती है। अज दा जिहड़ा शब्द आप जी ने हुणे हुणे सरवण कीता है, इस श्री राग दे लड़ीवार कथा दे विचों 91 नंबर शब्द है ते श्री गुरु ग्रंथ साहिब जी दे पावन पन्ना नंबर 50 दे उत्ते सुभाएमान है। ते साहिब धन धन श्री गुरु अर्जन देव जी महाराज जी की पावन रसना तो मुखार बिंद तो उचारण होया है। सतगुरु जी कृपा करके अज दी पावन गुरबाणी विचार दे विच सानू ये गल समझा रहे ने कि किवें असी अपने जीवन दे विच लालच तो बाहर निकल के सच्चे अकाल पुरख वाहिगुरू दी भगती दे विच जुड़ना। अज दे शब्द विच सतगुरु जी ने
ਮਨੁੱਖ ਦੇ ਉਹਨਾਂ ਅਵਗੁਣਾਂ ਦੀ ਵੀ ਲਿਸਟ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਜੋ ਮਨੁੱਖ ਵਿਕਾਰਾਂ ਦੇ ਪਿੱਛੇ ਲੱਗ ਕੇ ਲਾਲਚ ਸੁਭਾਅ ਅਧੀਨ ਆਪਣੀ ਜ਼ਿੰਦਗੀ ਜੂ ਰਿਹਾ ਹੈ। ਸੋ ਆਓ ਅੱਜ ਦੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਤੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਤਿਗੁਰੂ ਜੀ ਅੱਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਵਿੱਚ ਸਾਨੂੰ ਕੀ ਉਪਦੇਸ਼ ਕਰ ਰਹੇ ਨੇ ਤੇ ਕਿਵੇਂ ਗੁਰਮਤਿ ਦੇ ਗਾਡੀ ਰਾਹ ਤੇ ਚੱਲਣ ਦੀ ਤਾਕੀਦ ਕਰ ਰਹੇ ਹਨ। ਸੋ ਰਹਾਉ ਦੀਆਂ ਪੰਕਤੀਆਂ ਨੇ ਅੱਜ ਦੇ ਪਾਵਨ ਸ਼ਬਦ ਦੀਆਂ। ਸਾਹਿਬ ਜੀ ਕਹਿ ਰਹੇ ਨੇ, ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਕੱਲ ਦਾ ਜਿਹੜਾ ਸ਼ਬਦ ਆਪਾਂ ਸਰਵਣ ਕੀਤਾ ਸੀ ਉਹਦੇ ਵਿੱਚ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਬਾਰ-ਬਾਰ ਇਹ ਗੱਲ ਸਮਝਾਈ ਸੀ ਕਿ ਇਹ ਮਨੁੱਖ ਤੇਰੇ ਜੀਵਨ ਦਾ ਜੇ ਕੋਈ ਆਧਾਰ ਹੈ, ਜੇ ਕੋਈ ਬੇਸ ਹੈ, ਉਹ ਪਰਮਾਤਮਾ ਹੈ। ਤੇ ਪਰਮਾਤਮਾ ਦੇ ਬਾਰੇ ਜੇ ਕੋਈ ਤੈਨੂੰ ਜਗਤ ਵਿੱਚ ਸਹੀ ਐਡਵਾਈਸ ਕਰ ਸਕਦਾ ਹੈ, ਸਹੀ ਜਾਣਕਾਰੀ ਦੇ ਸਕਦਾ ਹੈ, ਤੇ ਉਹ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਾਹਿਦ ਇੱਕ ਐਸੇ ਗੁਰੂ ਨੇ ਜੋ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤਮ ਦੇ ਪਿਆਰ ਦੀ ਭਾਵਨਾ ਦੇ ਨਾਲ ਸਾਨੂੰ ਜੋੜਦੇ ਹਨ, ਜੋ ਅਕਾਲ ਪੁਰਖ ਦੇ ਤਮਾਮ ਗੁਣਾਂ ਨੂੰ ਬੜੇ ਡਿਟੇਲ ਦੇ ਵਿੱਚ ਡਿਸਕ੍ਰਾਈਬ ਕਰਦੇ ਹਨ, ਜੋ ਸਾਡੇ ਜੀਵਨ ਦੇ ਵਿੱਚ ਸੱਚ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਨ ਤੇ ਸਾਨੂੰ ਬਾਰ-ਬਾਰ ਇਹ ਗੱਲ ਸਮਝਾਉਂਦੇ ਨੇ ਕਿ ਇਹ ਸਿੱਖਾ ਤੂੰ ਆਪਣੇ ਜੀਵਨ ਦੇ ਵਿੱਚੋਂ ਝੂਠ ਨੂੰ ਬਾਹਰ ਕੱਢ। ਮਨੁੱਖ ਦੀ ਜ਼ਿੰਦਗੀ ਦੀਆਂ ਦੁੱਖਾਂ ਤੇ ਪਰੇਸ਼ਾਨੀਆਂ ਦਾ ਝੋਰਾ ਹੀ ਇਸ ਕਰਕੇ ਹੈ ਕਿਉਂਕਿ ਮਨੁੱਖ ਬਹੁਤਾਤ ਆਪਣਾ ਜੀਵਨ ਝੂਠ ਵਿੱਚ ਬਤੀਤ ਕਰਦਾ ਹੈ। ਝੂਠ ਇਹਦਾ ਸੁਭਾਅ ਬਣ ਚੁੱਕਿਆ ਹੈ, ਝੂਠ ਇਹਦੀ ਬੋਲੀ ਬਣ ਚੁੱਕੀ ਹੈ, ਝੂਠ ਇਹਦੀ ਜ਼ਿੰਦਗੀ ਬਣ ਚੁੱਕੀ ਹੈ। ਹੁਣ ਗੁਰਬਾਣੀ ਕੀ ਕਹਿੰਦੀ ਹੈ? ਤੂੰ ਸੱਚ ਨਾਲ ਜੁੜ। ਹੁਣ ਜ਼ਾਹਿਰਾ ਜੀ ਗੱਲ ਹੈ ਵੀ ਜਿਵੇਂ ਇੱਕ ਕੋਈ ਨਸ਼ਈ, ਕੋਈ ਫੀਮੀ ਜੋ ਫੀਮ ਖਾਂਦਾ ਹੈ, ਜੋ ਨਸ਼ਾ ਕਰਦਾ ਹੈ, ਉਹਦੇ ਕੋਲੋਂ ਨਸ਼ਾ ਛਡਾਉਣਾ ਜਿੰਨਾ ਔਖਾ ਹੈ ਨਾ, ਇਵੇਂ ਹੀ ਜਿਸ ਮਨੁੱਖ ਨੂੰ ਝੂਠ ਬੋਲਣ ਦਾ ਨਸ਼ਾ ਹੈ ਨਾ, ਜਿਸ ਮਨੁੱਖ ਨੂੰ ਧੋਖਾ ਬੇਈਮਾਨੀ ਕਰਨ ਦਾ ਨਸ਼ਾ ਹੈ, ਉਹਨੂੰ ਇਸ ਦਲਦਲ ਵਿੱਚੋਂ ਕੱਢਣਾ ਓਨਾ ਹੀ ਔਖਾ ਹੈ। ਕਿਉਂਕਿ ਜਿਹਦਾ ਸੁਭਾਅ ਬਣ ਚੁੱਕਿਆ ਹੈ ਪਲ ਪਲ ਤੇ ਝੂਠ ਬੋਲਣਾ, ਪਲ ਪਲ ਤੇ ਲਾਲਚ ਕਰਨਾ, ਪਲ ਪਲ ਤੇ ਬੇਈਮਾਨੀ ਕਰਨੀ, ਪਲ ਪਲ ਤੇ ਵਿਭਚਾਰੀ ਜੀਵਨ ਜਿਉਣਾ, ਉਹ ਮਨੁੱਖ ਕਿਵੇਂ ਸੱਚ ਨੂੰ ਕਬੂਲ ਕਰੇਗਾ? ਉਹ ਕਿਵੇਂ ਸੱਚ ਦੇ ਰਸਤੇ ਤੇ ਤੁਰੇਗਾ? ਕਿਉਂਕਿ ਸੱਚ ਦੇ ਰਸਤੇ ਤੇ ਤੁਰਨ ਲੱਗਿਆ ਉਹਨੂੰ ਇਹ ਵਿਕਾਰ ਛੱਡਣੇ ਪੈਣਗੇ। ਹੁਣ ਉਹਦਾ ਮਨ ਇਹ ਮਨਜ਼ੂਰੀ ਨਹੀਂ ਕਰ ਪਾਉਂਦਾ। ਜੇ ਉਹ ਚਾਹਵੇ ਵੀ ਕਿ ਮੈਂ ਸੱਚ ਦੇ ਰਸਤੇ ਤੇ ਤੁਰਾਂ, ਮਨ ਫਿਰ ਆਪਣੀ ਗੰਦਗੀ ਦਾ ਸੁਭਾਅ ਜਿਹੜਾ ਹੈ ਉਹਦੇ ਆਲੇ ਦੁਆਲੇ ਬਿਖੇਰ ਦਿੰਦਾ ਹੈ। ਉਹ ਚਾਹ ਕੇ ਵੀ ਸੰਗਤ ਦੇ ਵਿੱਚ ਆਉਂਦਾ ਨਹੀਂ ਗਾ। ਕਈ ਵਾਰੀ ਆਉਂਦਾ ਹੈ ਤੇ ਮਨ ਕਹਿੰਦਾ ਹੈ ਭਾਈ ਤੂੰ ਸੱਚ ਦਾ ਰਸਤਾ ਅਪਣਾ, ਵੇਖ ਝੂਠ ਤੈਨੂੰ ਹਮੇਸ਼ਾ ਹੀ ਧੋਖਾ ਦਿੰਦਾ ਹੈ, ਪਰ ਇਹ ਫਿਰ ਝੂਠ ਦਾ ਐਸਾ ਨਸ਼ਾ ਉਹਦੀ ਦਲਦਲ ਵਿੱਚ ਫਿਰ ਧਸ ਜਾਂਦਾ ਹੈ। ਹੁਣ ਜੇ ਇਸ ਝੂਠ ਦੀ ਬਿਮਾਰੀ ਤੋਂ, ਇਸ ਕਪਟ ਦੀ ਬਿਮਾਰੀ ਚੋਂ ਕੋਈ ਕੱਢ ਸਕਦਾ ਹੈ ਤੇ ਉਹ ਸਤਿਗੁਰੂ ਦੀ ਬਾਣੀ ਹੈ, ਜਿਹਦੇ ਨਾਲ ਅਸੀਂ ਜੁੜਨਾ ਹੈ, ਜਿਹਦੇ ਨਾਲ ਅਸੀਂ ਜੁੜ ਕੇ ਆਪਣੇ ਮਨ ਨੂੰ ਗੁਰਮਤਿ ਦੇ ਰਸਤੇ ਤੇ ਤੋਰਨਾ ਹੈ ਤੇ ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ ਜੋੜਨਾ ਹੈ। ਤੋ ਸਾਹਿਬ ਜੀ ਅੱਜ ਦੇ ਬਚਨ ਕਹਿ ਰਹੇ, ਮੇਰੇ ਮਨ ਸਤਿਗੁਰੂ ਕੀ ਸੇਵਾ ਲਾਗ। ਹੇ ਮੇਰੇ ਮਨ, ਹਰ ਵਕਤ ਗੁਰੂ ਦੀ ਦੱਸੀ ਹੋਈ ਸੇਵਾ ਦੇ ਵਿੱਚ ਹੀ ਲੱਗਾ ਰਿਹਾ ਕਰ। ਹੁਣ ਗੁਰੂ ਜੀ ਦੀ ਸੇਵਾ ਬੜੀ ਵਾਰੀ ਮੈਂ ਡਿਟੇਲ ਨਾਲ ਇੱਥੇ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ, ਤੁਸੀਂ ਲਗਭਗ ਹੁਣ ਤੇ ਗੱਲ ਸਮਝ ਆਉਣ ਲੱਗ ਪਈ ਹੋਵੇਗੀ ਕਿ ਸੇਵਾ ਦਾ ਖੇਤਰ ਕੇਵਲ ਇਹ ਨਹੀਂ ਕਿ ਜੂਠੇ ਬਰਤਨ ਮਾਂਜ ਦੇਣੇ ਨੇ। ਸੇਵਾ ਦਾ ਖੇਤਰ ਬਸ ਇੱਥੇ ਨਹੀਂ ਆ ਕੇ ਖਲੋ ਗਿਆ ਕਿ ਪਾਲਕੀਆਂ ਗੁਰਦੁਆਰੇ ਚੜਾ ਦਿੱਤੀਆਂ, ਗੁਰਦੁਆਰੇ ਦੇ ਕਮਰੇ ਬਣਾ ਦਿੱਤੇ, ਗੁਰਦੁਆਰੇ ਵਿੱਚ ਤੱਪੜ ਚੜਾ ਦਿੱਤੇ, ਗੁਰਦੁਆਰੇ ਦੇ ਵਿੱਚ ਪੱਖੇ ਚੜਾ ਦਿੱਤੇ ਕਿ ਇਹ ਗੁਰੂ ਜੀ ਦੀ ਸੇਵਾ ਹੈ। ਇਹ ਸੇਵਾ ਦਾ ਇੱਕ ਪੱਖ ਹੈ, ਇੱਕ ਅੰਗ ਹੈ ਸੇਵਾ ਦਾ, ਪਰ ਮੁਕੰਮਲ ਸੇਵਾ ਹੈ ਗੁਰੂ ਦੇ ਹੁਕਮ ਨੂੰ ਮੰਨਣਾ। ਹੁਣ ਮੈਂ ਆਪਣੇ ਪਿਓ ਵਾਸਤੇ ਏਸੀ ਰੂਮ ਬਣਾ ਦੇਵਾਂ, ਉਹਦੇ ਵਿੱਚ ਸੋਹਣਾ ਬੈੱਡ ਲਾ ਦੇਵਾਂ, ਉਹਦੇ ਵਿੱਚ ਮੈਂ ਸਾਰੇ ਸੋਹਣੇ ਦੁਨੀਆ ਦੇ ਹਰ ਚੀਜ਼ ਰੱਖ ਦੇਵਾਂ, ਪਰ ਮੈਂ ਹੁਕਮ ਦੀ ਤਾਮੀਲ ਨਾ ਕਰਾਂ, ਹੁਕਮ ਨੂੰ ਮੰਨਾਂ ਕੋਈ ਨਾ, ਕਿ ਇਹਦੇ ਨਾਲ ਮੇਰਾ ਪਿਤਾ ਖੁਸ਼ ਹੋਵੇਗਾ? ਇਵੇਂ ਹੀ ਅਸੀਂ ਸਤਿਗੁਰੂ ਨੂੰ ਬਾਹਰੀ ਤੌਰ ਤੇ ਖੁਸ਼ ਕਰਨਾ ਚਾਹੁੰਦੇ ਕਿ ਸਤਿਗੁਰੂ ਜੀ ਵੇਖੋ ਮੈਂ ਰੋਜ਼ ਗੁਰਦੁਆਰੇ ਆਉਣਾ, ਮੱਥਾ ਟੇਕ ਕੇ ਘਰ ਚਲ ਜਾਂਦਾ,
सतगुरु जी वेखो, मैं तुहाडे वास्ते चंदोआ साहब लैके आउना है, मैं तुहाडे वास्ते पालकी लैके आउना है, मैं तुहाडे वास्ते सोहणे रुमाले लैके आउना है, मैं भांत भांत दे पकवानां दा लंगर छकाउना है, आ प्रभात फेरे कमाउणे। गुरु जी दे हुक्म ते तुरना, गुरु जी दे उपदेशां दे मुताबक जीवन नूं ढालना, गुरु दी मत नूं अपनाउणा। ते साहब जी अगलियां पंक्तियां विच किरपा कर रहे ने, मेरे मन सतगुरु की सेवा लाग, हे मेरे मन गुरु जी दी दसी हुई सेवा दे विच रुझा रहो। सेवा की है? गुरु दी मत ते चलना। ते सब अगलियां पंक्तियां च किरपा कर रहा है, जो दिसै सो विणसणा, मन की मत त्याग। ये हुक्म है गुरु जी का, जिन्हों फॉलो करना है। सब कहते अपने मन दे पिछे तुरना छड्ड दे, मन की मत त्याग, अपने मन की बोली बोलनी छड्ड दे, क्योंकि मन की भाषा बड़ी कुरख्त आ, मन की बोली बड़ी कुड़ियारी है। साडा मन झूठ बोलता है, साडा मन दगाबाज है, धोखेबाज है, बेईमान है, क्योंकि मन का सुभाव ही विकारां दे विच गलतान रहना है। हुण आत्मा कहती है तू मैनूं सच की गल सुना, मन कहता मैं सच की गल सुननी कोई नहीं। ते असी तुरे आ मन दे पिछे, मत तुरी है मन दे पिछे। चाहिदा ते सी मन मत दे पिछे तुरदा। बाबा कबीर जी ने कहा ना, लेले को चूंघै नित भेड़। शब्द क्या बाबा कबीर जी ने कहते, लेले नूं भेड़ चुंघ रही है। इसदा मतलब की है? लेला की है? लेला मत आ, उन्होंने भेड़ चुंघ रही है, उन्होंने मन चुंघ रहा है। मन रूपी लेले नूं मत रूपी भेड़ चुंघ रही है। क्षमा करना, चाहिदा सी कि मत रूपी भेड़ दे पिछे मन रूपी लेला तुरदा, पर अज मत दे पिछे मत तुर रही है मन पिछे। इसे करके मन मत है, क्योंकि मेरे मन विच जिहड़े ख्याल आ रहे ने, ये नहीं कि उहदे विच आस्तिकता नहीं हो सकती। कई बारी मेरा ख्याल आया, आ जिहड़े ने ना निशान साहिब आ ना, ये मेरे सतगुर की याद विच आ, ते मैं इस थड़े ते मत्था टेकां, थड़े नूं धोवां, कच्ची लस्सी ना धोवां। ये मेरे मन चों ख्याल आया ते ये मेरी मत तो आया है। इस करके मेरे मन पिछे मत तुर पई। ये मन मत है, गुरमत नहीं है। गुरु नहीं ये कहता कि तू थड़ियां नूं कच्ची लस्सी ना धो, गुरु नहीं कहता तू थड़ियां नूं मत्था टेक। निशान साडा प्रतीक है, निशान नूं सैल्यूट किया जाता है, थड़ियां नूं मत्थे नहीं टेके जाते। सिख दा मत्था रिजर्व या सिर्फ ते सिर्फ गुरु वास्ते, थड़ियां वास्ते नहीं। पर असीं ते थड़ियां ते भी मत्थे टेकी जाते हैं, निशान साहब के थड़े ते मत्था टेकी जाते हैं, दीवे बाली जाते हैं। सतगुरु दे सच्चे पातशाह कहते, मैं ते तेरे अंदर मस्तक दे विच सच दी मत पाई सी, ताकि ये मत गुरु दी मत बन जावे ते मन गुरु दी मत पिछे तुरे। ते मत तुर रही है मन पिछे, मन विचों जिहड़ा ख्याल आउंदा है मनुख उहनूं अपना रहा है। चाहिदा ते सी गुरु नूं पुछ के तुरदा। इसे करके साहब जी ने गुरु ग्रंथ साहब दे नाल हर एक नूं ला दिता। कहते गुरु नूं पुछ, गुरु नूं पुछ पुछ के अपने जीवन नूं तोर। पर मन की कह रहा है? किसी ज्योतिषी नूं पुछ ला, किसी तंत्र मंत्र पखंडी नूं पुछ ला। आज मेरी अज की राशि माड़ी है, आ राशि चंगी है, इहदा आ उपाव कर ला। असीं ते वहमां भरमां च ही फस गए हैं, क्योंकि मन पिछे तुर रहे हैं। तो साहब कहते, जो दिसै सो विणसणा, मन की मत त्याग। अपने मन दे पिछे तुरना छड्ड दे। ते ये चेते रख, ये दुनिया दे जिन्ना पदार्थां दा मोह तू पा के बैठा है ना, अज जिन्ना तू पदार्थां दे नाल प्रेम करदा है, अज जिन्ना मेरी मेरी पदार्थां दी करदा है, ये छड्ड दे वीर मेरेआ। क्योंकि जो कुछ दिस रहा है ना, ये सब नाशवंत है, सब मिट जाना है। कुछ भी तेरे नाल ना निभिया ते ना नाल जाना है। रहाओ, ये रहाओ दियां पंक्तियां ने। तो रहाओ दियां पंक्तियां च साहब जी कह रहे, पहली गल कह रहे, कहते गुरु दी दसी हुई सेवा ते चल, गुरु दे हुक्म नूं अपना। ते अगली गल कही है, जो वेख रहे हैं, जो तेरे लालच दे पिछे पे है, ये जो मोह माया अपने जीवन में पा के बैठा है, ये सब मुक जानी है, सब बिनसण आ रहा है, सब मिट जानी है। इस करके अपने मन की गल सुननी छड्ड दे, मन के पिछे तुरना छड्ड दे, गुरु के पिछे तुरिया कर, गुरु के पिछे लग्या कर। गुरु जी नूं अपना गुरु का फॉलोवर बन, अपनी मन का फॉलोवर ना बन। अपनी मन नूं ना फॉलो करया कर, गुरु नूं फॉलो करया कर।
ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਉਪਜਿਆ ਦਾ ਅਰਥ ਹੁੰਦਾ ਪੈਦਾ ਹੋਇਆ, ਸਾਧ ਦਾ ਅਰਥ ਆ ਸਿੱਟਾ, ਜਿਹਨੂੰ ਸਵਾਦ ਕਹਿੰਦੇ ਨੇ। ਸਭ ਕਹਿੰਦੇ ਆ ਜਿਹੜਾ ਜੀਵ ਆ ਨਾ, ਦੁਨੀਆ ਦੇ ਪਦਾਰਥਾਂ ਨੂੰ ਸਵਾਦਲਾ ਜਾਣ ਕੇ ਉਹਨੂੰ ਖਾਂਦਾ ਹੈ, ਵਰਤਦਾ ਹੈ। ਆ ਜੋ ਕੁਝ ਅਸੀਂ ਖਾ ਰਹੇ ਹਾਂ, ਜੋ ਕੁਝ ਪੀ ਰਹੇ ਹਾਂ ਮਨ ਦੇ ਪਿੱਛੇ ਲੱਗ ਕੇ, ਜੋ ਕੁਝ ਵਰਤ ਰਹੇ ਹਾਂ, ਇਹ ਸਭ ਜਿਹੜਾ ਮਨੁੱਖ ਇਹ ਸੋਚਦਾ ਹੈ ਬੜੇ ਸਵਾਦਮਈ ਪਦਾਰਥ ਨੇ, ਇਹ ਬੜੇ ਸਵਾਦ ਹੁੰਦਾ। ਇੱਕ ਤੇ ਹੁੰਦਾ ਨਾ ਜੀਭਾਂ ਤੋਂ ਕੋਈ ਚੀਜ਼ ਆਪਾਂ ਮੂੰਹ 'ਚ ਪਾ ਕੇ ਖਾ ਰਹੇ ਹਾਂ, ਇੱਕ ਉਹ ਸਵਾਦ ਹੈ। ਇੱਕ ਸਵਾਦ ਹੈ ਮੈਂ ਸੋਹਣੀ ਗੱਡੀ 'ਚ ਬੈਠਾ, ਇਹ ਵੀ ਇੱਕ ਰਸ ਹੈ। ਹੁਣ ਮੈਨੂੰ ਦੁਨੀਆ ਵੇਖੇ। ਆ ਬਹੁਤਾਤ ਮੈਂ ਵਿਦੇਸ਼ਾਂ ਦੀ ਧਰਤੀ ਤੇ ਗੁਸਤਾਖੀ ਮਾਫ, ਵੀਰਾਂ ਨੇ ਐਤਵਾਰ ਵਾਸਤੇ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਰੱਖੀਆਂ, ਸਿਰਫ ਦਿਖਾਉਣ ਜਾਣਾ ਹੈ ਗੁਰਦੁਆਰੇ ਵੀ ਮੈਂ ਏਡੀ ਵੱਡੀ ਗੱਡੀ ਦਾ ਮਾਲਕ ਹੈ। ਇਹ ਵੀ ਇੱਕ ਸਵਾਦ ਹੈ ਨਾ। ਸਤਿਗੁਰੂ ਕਹਿੰਦੇ ਕਿਹੜੇ ਕਿਹੜੇ ਰਸ ਨੇ? ਰਸ ਸੋਇਨਾ, ਰਸ ਰੂਪਾ ਕਾਮਣ, ਰਸ ਸੋਨਾ ਮੇਰੇ ਗਲ ਵਿੱਚ ਹੋਵੇ, ਮੇਰੀਆਂ ਉਂਗਲਾਂ ਦੇ ਵਿੱਚ ਛਾਪਾਂ ਹੋਣ, ਅੰਗੂਠੀਆਂ ਹੋਣ ਸੋਨੇ ਦੀਆਂ, ਗਲੇ ਦੇ ਵਿੱਚ ਸੋਨੇ ਦੀ ਮਹਿੰਗੀ ਚੇਨ ਲਮਕੀ ਹੋਵੇ, ਲੋਕੀ ਕਹਿਣ ਕਿੰਨਾ ਸਰਮਾਏਦਾਰ ਇਨਸਾਨ ਆ। ਇਹ ਵੀ ਹੁਣ ਸੋਨੇ ਨੇ ਕਿਹੜਾ ਸਵਾਦ ਮੂੰਹ 'ਚ ਪਾ ਕੇ ਦੇਣਾ? ਸੋਨੇ ਨੇ ਕੋਈ ਢਿੱਡ ਨਹੀਂ ਭਰਨਾ, ਸੋਨੇ ਨੇ ਕੋਈ ਵਾਈਟਾਮਿਨ ਨਹੀਂ ਦੇਣਾ, ਸੋਨੇ ਨੇ ਕੋਈ ਨਿਊਟ੍ਰੀਸ਼ਨ ਨਹੀਂ ਦੇਣਾ। ਹਾਂ, ਸੋਨੇ ਦਾ ਇੰਨਾ ਕੁ ਰਸ ਹੈ ਵਿਖਾਵੇ ਦਾ, ਉਹ ਤੋਂ ਵੇਖ ਕੇ ਰਸ ਆਈ ਜਾਂਦਾ ਹੈ ਵੀ ਮੈਂ, ਅਗਲੇ ਨੇ ਕਿਹਾ ਭਾਈ ਕਮਾ ਲਿਆ ਤੂੰ ਤੇ ਇੰਨਾ ਸੋਨਾ ਪਾਇਆ, ਬਸ ਇੱਥੋਂ ਹੀ ਹਉਮੈ ਦਾ ਰਸ ਆ ਗਿਆ। ਰਸ ਸੋਇਨਾ, ਰਸ ਰੂਪਾ, ਰੂਪਾ ਅਰਥ ਹੈ ਚਾਂਦੀ। ਜੇ ਸੋਨਾ ਨਹੀਂ ਚਾਂਦੀ ਤੇ ਹੋਣਾ ਚਾਹੀਦਾ ਹੈ ਨਾ। ਹੁਣ ਚਾਂਦੀ ਦਾ ਵੀ ਰਸ ਹੈ। ਰਸ ਰੂਪਾ ਕਾਮਣ, ਔਰਤ ਦਾ ਰਸ ਹੈ। ਰਸ ਪਰਮਲ ਕੀ ਵਾਸ, ਪਰਮਲ ਅਰਥ ਹੁੰਦਾ ਪਰਫਿਊਮ ਲਾਉਣਾ, ਖੁਸ਼ਬੂਆਂ ਲਾਉਣੀਆਂ। ਮਹਿੰਗੇ ਤੋਂ ਮਹਿੰਗੇ ਪਰਫਿਊਮਾਂ ਦਾ ਸਵਾਦ ਆਉਂਦਾ ਹੈ, ਖੁਸ਼ਬੂ ਆਉਣੀ ਚਾਹੀਦੀ ਹੈ ਮੇਰੇ ਕੋਲੋਂ। ਮਹਿੰਗੇ ਤੋਂ ਮਹਿੰਗੇ ਪਰਫਿਊਮ ਮਨੁੱਖ ਨੇ ਰੱਖੇ ਨੇ। ਰਸ ਘੋੜੇ, ਮਹਿੰਗੀਆਂ ਗੱਡੀਆਂ ਘੋੜੇ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ। ਸਭ ਕਹਿੰਦੇ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਬਿਮਾਰੀ ਤੇ ਲੱਗਣੀ ਹੈ। ਜਦੋਂ ਰਸ ਪਦਾਰਥਵਾਦੀ ਹੋਣਗੇ ਨਾ, ਜਦੋਂ ਰਸ ਸੰਸਾਰੀ ਹੋਣਗੇ ਨਾ, ਜਦੋਂ ਰਸ ਪਦਾਰਥਾਂ ਦੇ ਹੋਣਗੇ, ਆਤਮਾ ਦੇ ਤੌਰ ਤੇ ਬਿਮਾਰ ਹੋਵੇਗਾ। ਆਤਮਿਕ ਤੌਰ ਤੇ ਤੂੰ ਬਿਮਾਰ ਹੈ, ਇਸੇ ਕਰਕੇ ਪਦਾਰਥਾਂ ਦੇ ਰਸਾਂ ਦਾ ਆਨੰਦ ਮਾਣ ਰਿਹਾ। ਅੱਜ ਦੀ ਮੈਡੀਕਲ ਸਾਇੰਸ ਵੀ ਕਹਿੰਦੀ ਹੈ ਜਿੰਨਾ ਮਨੁੱਖ ਕੰਫਰਟ ਜ਼ੋਨ ਵਿੱਚ ਜਾ ਰਿਹਾ ਹੈ, ਉਨਾ ਪਰੇਸ਼ਾਨ ਹੋ ਰਿਹਾ ਹੈ, ਉਨਾ ਦੁਖੀ ਹੋ ਰਿਹਾ ਹੈ। ਜਿੰਨਾ ਇਨਸਾਨ ਪਹਿਲਾਂ ਮਿਹਨਤੀ ਸੀ, ਉਨਾ ਬਿਮਾਰੀਆਂ ਤੋਂ ਬਚਿਆ ਸੀ, ਮੈਡੀਸਿਨ ਤੋਂ ਬਚਿਆ ਸੀ। ਅੱਜ ਜਿੰਨੀਆਂ ਦਵਾਈਆਂ ਮਨੁੱਖ ਖਾ ਰਿਹਾ ਹੈ ਨਾ, ਇੰਨੀ ਮੇਰੇ ਖਿਆਲ ਦੇ ਵਿੱਚ ਇਹਦੇ ਪੇਟ ਵਿੱਚ ਰੋਟੀ ਨਹੀਂ ਜਾਂਦੀ ਜਿੰਨੀਆਂ ਦਵਾਈਆਂ ਖਾਂਦਾ ਹੈ। ਹਰ ਚੀਜ਼ ਦੀ ਮੈਡੀਸਿਨ ਰੱਖੀ ਹੈ। ਡਾਕਟਰ ਪਹਿਲਾਂ ਦਵਾਈਆਂ ਲਾਉਂਦਾ ਹੈ, ਫਿਰ ਦਵਾਈਆਂ ਹਟਾਉਣ ਦੀਆਂ ਦਵਾਈਆਂ ਨੇ। ਅੰਦਰ ਅਨੇਕਾਂ ਬਿਮਾਰੀਆਂ ਜਨਮ ਲੈ ਰਹੀਆਂ ਨੇ, ਕਿਉਂਕਿ ਮਨੁੱਖ ਇੱਕ ਕੰਫਰਟ ਜ਼ੋਨ ਵਿੱਚ ਰਹਿਣਾ ਚਾਹੁੰਦਾ ਹੈ ਕਿ ਮੈਂ ਇਸ ਕੰਫਰਟ ਜ਼ੋਨ 'ਚੋਂ ਬਾਹਰ ਨਾ ਨਿਕਲਾਂ। ਤੇ ਜਦ ਤੱਕ ਕੰਫਰਟ ਜ਼ੋਨ ਦੇ ਵਿੱਚ ਰਹੇਗਾ, ਪਰੇਸ਼ਾਨ ਰਹੇਗਾ, ਦੁਖੀ ਹੋਵੇਗਾ, ਜਿਹਨੂੰ ਆਲਸ ਪੈ ਜਾਵੇ, ਜਿਹਦੀ ਥਾਲੀ ਦੇ ਵਿੱਚ ਪਰੋਸ ਕੇ ਆਉਣ ਲੱਗ ਪਵੇ, ਉਹਨੂੰ ਕੀ ਲੋੜ ਪਈ ਹੈ ਮਿਹਨਤ ਕਰਨ ਦੀ? ਪਰ ਜੋ ਮਿਹਨਤ ਦਾ ਸਵਾਦ ਹੈ, ਮਿਹਨਤ ਦਾ ਜੋ ਰਸ ਹੈ, ਉਹ ਮਨੁੱਖ ਨੂੰ ਫਿਜ਼ੀਕਲੀ ਤੌਰ ਤੇ, ਆਤਮਿਕ ਤੌਰ ਤੇ ਫਿੱਟ ਕਰ ਦਿੰਦਾ ਹੈ। ਕਿਉਂਕਿ ਜਿਹੜਾ ਮਿਹਨਤ ਕਰਦਾ ਹੈ, ਸੁਕਿਰਤ ਕਰਦਾ ਹੈ, ਹੁਕਮ ਤੇ ਚੱਲਦਾ ਹੈ ਗੁਰੂ ਦੇ, ਤੇ ਸੱਚ ਦੇ ਰਸਤੇ ਨੂੰ ਅਪਣਾਉਂਦਾ ਹੈ, ਉਹ ਮਨੁੱਖ ਬਹਿ ਹੀ ਨਹੀਂ ਸਕਦਾ। ਤੋ ਸਭ ਕਹਿੰਦੇ ਅੱਜ ਕੀ ਹੋ ਰਿਹਾ ਹੈ? ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਜੀਵ ਦੁਨੀਆ ਦੇ ਪਦਾਰਥਾਂ ਨੂੰ ਸਵਾਦਲਾ ਜਾਣ ਕੇ ਖਾਂਦਾ ਹੈ, ਵਰਤਦਾ ਹੈ। ਪਰ ਇਹਨਾਂ ਭੋਗਾਂ ਦੇ ਸਵਾਦ, ਆ ਜਿਹੜੇ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਪਿਆ ਹੈ, ਅੰਤ ਵਿੱਚ ਇਹਦਾ ਨਤੀਜਾ ਕੀ ਹੈ? ਇਹ ਬੜੇ ਦੁਖਦਾਈ ਸਾਬਤ ਹੁੰਦੇ ਨੇ, ਬੜੇ ਕੌੜੇ ਸਾਬਤ ਹੁੰਦੇ ਨੇ, ਤੇ ਅਨੇਕਾਂ ਤਰ੍ਹਾਂ ਦੇ ਰੋਗ ਇਹਦੇ ਵਿੱਚੋਂ ਪੈਦਾ ਹੁੰਦੇ ਨੇ। ਮਨੁੱਖ ਵਿਕਾਰਾਂ ਦੇ ਵਿੱਚੋਂ ਰੋਗ ਪੈਦਾ ਹੋਣਗੇ, ਵਾਸ਼ਨਾਵਾਂ ਦੇ ਵਿੱਚੋਂ ਰੋਗ ਪੈਦਾ ਹੋਣਗੇ। ਏਡਸ ਵਰਗੀਆਂ ਬਿਮਾਰੀਆਂ ਕਿਹਨੂੰ ਲੱਗਦੀਆਂ ਨੇ? ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ, ਕਿਉਂਕਿ ਮਨੁੱਖ ਦਾ ਨਾ ਖਾਣਾ ਮਰਿਆਦਾ 'ਚ ਹੈ, ਨਾ ਵੇਖਣਾ ਮਰਿਆਦਾ 'ਚ ਹੈ, ਨਾ ਪੀਣਾ ਮਰਿਆਦਾ 'ਚ ਹੈ। ਸ਼੍ਰੀ ਰਾਗ ਦਾ ਇੱਕ ਬੜਾ ਵੱਡਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਜਿਹਦੇ ਵਿੱਚ ਖਾਣਾ ਦੱਸਿਆ ਹੈ, ਪੀਣਾ ਦੱਸਿਆ ਹੈ, ਸੌਣਾ ਦੱਸਿਆ ਹੈ,
ਹੰਡਾਉਣਾ ਦੱਸਿਆ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀ ਹੈ, ਮਨ ਮੈਂ ਚਲੇ ਵਿਕਾਰ। ਹੁਣ ਗੁਰੂ ਦੀ ਮੱਤ ਇਹ ਕਹਿੰਦੀ ਹੈ, ਮਨ ਦੀ ਮੱਤ ਕਹਿੰਦੀ ਹੈ ਵੀ ਤੂੰ ਪਦਾਰਥਾਂ ਦੇ ਬੜਾ ਰਸ ਆ, ਬੜਾ ਰਸ ਮਾਣ ਰਿਹਾ। ਤੋ ਸਾਹਿਬ ਕਹਿੰਦੇ ਇਹਨਾਂ ਤੋਂ ਦੁੱਖ ਉਪਜਣਗੇ, ਇਹ ਕੌੜਾ ਹੈ, ਇਹ ਵਿਕਾਰ ਉਪਜਣਗੇ, ਤੇ ਵਿਕਾਰਾਂ ਤੋਂ ਸੁੱਖ ਨਹੀਂ ਜੇ ਮਿਲਣਾ, ਦੁੱਖ ਹੀ ਮਿਲਣਾ ਹੈ। ਤੋ ਅਗਲੀਆਂ ਪੰਕਤੀਆਂ ਸਾਹਿਬ ਕਹਿੰਦੇ, ਭਾਈ ਮੀਤ ਸੁਰਦ ਕੀਏ, ਭਾਈ ਮੀਤ ਸੁਰਦ ਕੀਏ, ਵਿਖਿਆ ਰਚਿਆ ਬਾਦ। ਸੁਰਦ ਦਾ ਅਰਥ ਹੁੰਦਾ ਹੈ ਮਿੱਤਰ ਕਰਨੇ, ਦੋਸਤ ਬਣਾਉਣਾ। ਵਿਖਿਆ ਦਾ ਅਰਥ ਹੈ ਜ਼ਹਿਰ, ਤੇ ਇਹਨੂੰ ਗੁਰਬਾਣੀ ਵਿੱਚ ਵਿਖਿਆ ਨੂੰ ਮਾਇਆ ਕਿਹਾ। ਬਾਦ ਦਾ ਅਰਥ ਹੈ ਝਗੜਾ, ਵਾਦ ਵਿਵਾਦ ਕਰਨਾ। ਸਾਹਿਬ ਕਹਿੰਦੇ ਮਨੁੱਖ ਇਸ ਸੰਸਾਰ ਵਿੱਚ ਭਰਾ ਬਣਾਉਂਦਾ ਹੈ, ਮਿੱਤਰ ਬਣਾਉਂਦਾ ਹੈ, ਦੋਸਤ ਬਣਾਉਂਦਾ ਹੈ, ਕਿਉਂਕਿ ਇਹਦਾ ਸੰਸਾਰ ਵਿੱਚ ਚੰਗੀ ਗੱਲ ਹੈ ਮਿੱਤਰ ਬਣਾਉਣੇ, ਦੋਸਤ ਬਣਾਉਣੇ, ਭਰਾ ਬਣਾਉਣੇ। ਪਰ ਇਹਨਾਂ ਦੇ ਵਿੱਚ ਪੈ ਕੇ ਗੁਰੂ ਨੂੰ ਭੁੱਲ ਜਾਣਾ, ਇਹਨਾਂ ਵਿੱਚ ਪੈ ਕੇ ਨਿਰੰਕਾਰ ਨੂੰ ਭੁੱਲ ਜਾਣਾ। ਕਹਿੰਦੇ ਮਨੁੱਖ ਮਿੱਤਰਾਂ, ਦੋਸਤਾਂ, ਭੈਣਾਂ, ਭਰਾਵਾਂ ਨੂੰ ਤੇ ਬਹੁਤ ਬਣਾਉਂਦਾ ਹੈ, ਪਰ ਇਹਦੇ ਨਾਲ ਸਵਾਰਥ ਖੜਾ ਕਰ ਲੈਂਦਾ ਹੈ। ਜੇ ਇਹਦੇ ਭਰਾ, ਮਿੱਤਰ, ਦੋਸਤ ਕਿਹਦੇ ਵਾਸਤੇ ਖਲੋਤੇ ਨੇ? ਇਹਦੀ ਸਵਾਰਥ ਦੀ ਭੁੱਖ ਨੂੰ ਪੂਰਾ ਕਰਨ ਲਈ। ਜੇ ਇਹਦੀ ਉਹ ਸਵਾਰਥ ਦੀ ਭੁੱਖ ਨੂੰ ਪੂਰਾ ਨਹੀਂ ਕਰਦੇ, ਵਿਖਿਆ ਰਚਿਆ ਬਾਦ। ਤੇ ਸਾਹਿਬ ਕਹਿੰਦੇ ਨਿਤ ਮਾਇਆ ਦਾ ਝਗੜਾ ਖੜਾ ਕਰ ਰੱਖਦਾ ਹੈ। ਇਹਦੇ ਦੋਸਤਾਂ ਮਿੱਤਰਾਂ ਦੇ ਕੈਟਾਗਰੀ 'ਚ ਉਹ ਨੇ ਜਿਹੜੇ ਇਹਦੀ ਹਉਮੈ ਨੂੰ ਪੱਠੇ ਪਾਉਂਦੇ ਨੇ, ਜੋ ਇਹਨੂੰ ਬੁਰਿਆਈ ਤੋਂ ਵਰਜਦੇ ਨੇ। ਅਸਲੀ ਮਿੱਤਰ ਕੌਣ ਹੁੰਦਾ ਹੈ? ਜੋ ਬੁਰੇ ਤੋਂ ਵਰਜੇ। ਅਸਲੀ ਦੋਸਤ ਕੌਣ ਹੈ? ਜੇ ਮੈਂ ਗਲਤ ਰਸਤੇ ਤੇ ਜਾ ਰਿਹਾ ਮੈਨੂੰ ਰੋਕੇ। ਉਹ ਮਿੱਤਰ ਕਤਈ ਨਹੀਂ ਹੋ ਸਕਦਾ ਜਿਹੜਾ ਮਨੁੱਖ ਨੂੰ ਆਪ ਲੈ ਕੇ ਗੰਦਗੀ ਦੇ ਰਸਤੇ ਤੁਰ ਪਵੇ। ਉਹ ਮਿੱਤਰ ਨਹੀਂ, ਉਹ ਵੱਡਾ ਦੁਸ਼ਮਣ ਹੈ, ਉਹ ਮਿੱਤਰ ਨਹੀਂ ਹੋ ਸਕਦਾ। ਪਰ ਸਾਹਿਬ ਕਹਿੰਦੇ ਇਹਨੇ ਮਿੱਤਰ ਉਹ ਬਣਾਏ ਨੇ ਜਿਹੜੇ ਇਹਦੇ ਗੰਦਗੀ ਵਿੱਚ ਸਾਥ ਦਿੰਦੇ ਨੇ, ਜਿਹਦੇ ਇਹਦੇ ਲਾਲਚ ਵਿੱਚ ਸਾਥ ਦਿੰਦੇ ਨੇ, ਜੋ ਇਹਦੇ ਸਵਾਰਥ ਵਿੱਚ ਸਾਥ ਦਿੰਦੇ ਨੇ। ਪਰ ਸੱਚਾ ਮਿੱਤਰ ਕੌਣ ਹੈ? ਜੋ ਆਖੇ ਨਾ ਭਾਈ ਆ ਕਿਸੇ ਦੀ ਬੇਈਮਾਨੀ ਨਾ ਕਰੀ, ਧੋਖਾ ਨਾ ਕਰੀ, ਇਹ ਤੋਂ ਬਚ ਜਾ, ਇਹਦੇ ਨਤੀਜੇ, ਇਹਦੇ ਰਿਜ਼ਲਟ ਬਹੁਤ ਮਾੜੇ ਨੇ। ਇਹ ਸੱਚਾ ਮਿੱਤਰ ਇਹਨੂੰ ਚੰਗਾ ਨਹੀਂ ਲੱਗਦਾ। ਇਹਨੂੰ ਮੱਤਾਂ ਦੇਣ ਵਾਲਾ ਭਰਾ ਚੰਗਾ ਨਹੀਂ ਲੱਗਦਾ, ਇਹਨੂੰ ਮੱਤਾਂ ਦੇਣ ਵਾਲਾ ਬਾਪ ਚੰਗਾ ਨਹੀਂ ਲੱਗਦਾ, ਇਹਨੂੰ ਮੱਤਾਂ ਦੇਣ ਵਾਲੀ ਮਾਂ ਚੰਗੀ ਨਹੀਂ ਲੱਗਦੀ। ਇਹਨੂੰ ਉਹ ਚੰਗੇ ਲੱਗਦੇ ਨੇ ਜੋ ਇਹਦੇ ਹੁਕਮਰਾਨ, ਇਹਦੇ ਹੁਕਮ ਦੇ ਵਿੱਚ ਰਹਿਣ। ਸਤਿਗੁਰੂ ਕਹਿੰਦੇ ਭਾਈ ਮੀਤ ਸੁਰਿਦ ਕੀਏ, ਵਿਖਿਆ ਰਚਿਆ ਬਾਦ। ਕਹਿੰਦੇ ਸਾਰੇ ਜਗਤ ਵਿੱਚ ਇਹ ਭਰਾ ਤੇ ਬਣਾ ਰਿਹਾ ਹੈ, ਮਿੱਤਰ ਬਣਾ ਰਿਹਾ, ਦੋਸਤ ਬਣਾਉਂਦਾ ਹੈ, ਪਰ ਕਾਹਦੇ ਵਾਸਤੇ? ਮਾਇਆ ਦੇ ਸਵਾਰਥ ਤੇ ਲਾਲਚ ਨੂੰ ਪੂਰਾ ਕਰਨ ਵਾਸਤੇ। ਜਿਹੜੇ ਇਹਦੇ ਮਾਇਆ ਦੇ ਲਾਲਚ ਤੇ ਸਵਾਰਥ ਨੂੰ ਪੂਰਾ ਕਰ ਦੇਣ, ਉਹ ਇਹਦੇ ਮਿੱਤਰ ਨੇ। ਕਹਿੰਦੇ ਨਿਤ ਇਹਦਾ ਮਾਇਆ ਦਾ ਝਗੜਾ ਆਪਣੇ ਮਿੱਤਰਾਂ ਨਾਲ ਬਣਿਆ ਰਹਿੰਦਾ ਹੈ। ਮਾਇਆ ਦਾ ਝਗੜਾ ਨਿਤ ਖੜੀ ਕਰਕੇ ਰੱਖਦਾ ਹੈ। ਮਾਇਆ ਦਾ ਅਰਥ ਹੈ ਲਾਲਚ, ਸਵਾਰਥ। ਸਾਰਾ ਦਿਨ ਉਹਨਾਂ ਦੇ ਵਿੱਚ ਕਲੇਸ਼ ਪਿਆ ਹੈ। ਮੈਂ ਫਲਾਣੇ ਮਿੱਤ ਆਪਣੇ ਭਰਾ ਨਾਲ ਮੈਂ ਬੋਲਣਾ ਛੱਡ ਦਿੱਤਾ ਹੈ। ਕਿਉਂ ਬੋਲਣਾ ਛੱਡ ਦਿੱਤਾ? ਮੇਰੇ ਭਰਾ ਨਾਲ ਮੇਰੀ ਬਣਦੀ ਨਹੀਂ। ਕਿਉਂ ਨਹੀਂ ਬਣਦੀ? ਕਿਉਂਕਿ ਭਰਾ ਜਾਂ ਤਾਂ ਮੇਰੇ ਤੋਂ ਅੱਗੇ ਲੰਘ ਗਿਆ ਹੈ, ਤੇ ਜਾਂ ਮੇਰਾ ਭਰਾ ਜਿਹੜਾ ਹੈ ਮੇਰੇ ਤੋਂ ਪਿੱਛੇ ਰਹਿ ਗਿਆ ਹੈ। ਬਸ ਦੋ ਹੀ ਗੱਲਾਂ ਨੇ। ਗੱਲ ਕੀ ਹੈ? ਮਨੁੱਖ ਨੇ ਜਿਹੜੇ ਚਿਹਰੇ ਤੇ ਨਕਾਬ ਓੜੇ ਨੇ ਨਾ, ਇਹ ਬੜੇ ਖਤਰਨਾਕ ਓੜੇ ਨੇ। ਗੁਸਤਾਖੀ ਮਾਫ। ਇਹਨੇ ਚਿਹਰੇ ਉੱਤੇ ਧਰਮ ਦਾ ਨਕਾਬ ਓੜਿਆ, ਪਰ ਆਪਣੇ ਅੰਦਰ ਬੇਈਮਾਨੀ ਲੈ ਕੇ ਬੈਠਾ ਹੈ। ਜਿਹੜਾ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਹੋਵੇਗਾ ਨਾ, ਉਹਦੀ ਆਪਣੀ ਮੱਤ ਨਹੀਂ ਹੋਵੇਗੀ। ਉਹ ਆਪਣੀ ਮਨ ਦੇ ਪਿੱਛੇ ਤੁਰੇਗਾ ਹੀ ਨਹੀਂ, ਕਦੇ ਨਹੀਂ ਤੁਰੇਗਾ। ਉਹ ਬਾਰ-ਬਾਰ ਇਹ ਕਵੇਗਾ, ਹਾਂ ਮੈਂ ਤੁਰਦਾ ਹਾਂ ਗੁਰੂ ਦੀ ਮੱਤ ਉੱਤੇ। ਮੇਰਾ ਗੁਰੂ ਜੋ ਸਿਖਾਉਂਦਾ ਹੈ, ਜੋ ਮੇਰਾ ਗੁਰੂ ਕਹਿੰਦਾ ਹੈ, ਮੈਂ ਆਪਣੇ ਗੁਰਬਾਣੀ, ਗੁਰੂ ਸ਼ਬਦ, ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਤੋਂ ਸੁਹਿਰਦ ਹਾਂ। ਉਹਨਾਂ ਨੂੰ ਆਪਣਾ ਮਿੱਤਰ ਸਮਝਦਾ, ਦੋਸਤ ਸਮਝਦਾ ਹੈ, ਕਿਉਂਕਿ ਮੇਰਾ ਸਤਿਗੁਰੂ ਐਸਾ ਮਿੱਤਰ ਹੈ ਜਿਹਨੇ ਮੈਨੂੰ ਬੁਰੇ ਤੋਂ ਵਰਜਣਾ ਹੈ, ਜਿਹਨੇ ਮੈਨੂੰ ਗਲਤ ਜਗ੍ਹਾ ਜਾਣ ਤੋਂ ਰੋਕਣਾ ਹੈ। ਪਰ ਸਾਹਿਬ ਕਹਿੰਦੇ ਇਹਦੀ ਯਾਤਰਾ ਉਹਨਾਂ ਮਿੱਤਰਾਂ, ਦੋਸਤਾਂ ਦਾ ਹੱਥ ਫੜ ਕੇ ਤੁਰ ਰਹੀ ਹੈ ਜੋ ਇਹਦੇ ਮਾਇਆ ਦੇ ਲਾਲਚ ਨੂੰ ਪੂਰਾ ਕਰ ਰਹੇ ਨੇ, ਤੇ ਨਿਤ ਝਗੜਾ, ਕਲੇਸ਼ ਇਹਦਾ ਉਹਨਾਂ ਨਾਲ ਬਣਿਆ ਹੋਇਆ ਹੈ। ਜਾਂਦੇ ਬਿਲਮ ਨਾ ਹੋਵੇ ਵਿਣਨਾ ਵੈ ਬਿਸਮਾਦ। ਬਿਲਮ ਦਾ ਅਰਥ ਹੁੰਦਾ ਹੈ ਦੇਰ ਕਰਨੀ, ਚਿਰ ਲਾਉਣਾ। ਹੋਵੇ ਦਾ ਅਰਥ ਹੈ ਹੋਵੇ। ਬਿਸਮਾਦ ਦਾ ਅਰਥ ਹੁੰਦਾ ਸਰਪ੍ਰਾਈਜ਼, ਅਸ਼ਚਰਜਮਈ, ਕੌਤਕ। ਸਭ ਕਹਿੰਦੇ ਪਰ ਇਹ ਬੜੀ ਅਸ਼ਚਰਜਤਾ ਵਾਲੀ ਗੱਲ ਹੈ
बड़ी हैरान करने वाली गल है कि परमात्मा जी दे हुक्म तो बिना, परमात्मा दे नाम तो बिना, गल कि परमात्मा रूपी सच्चे मित्र तो बिना किसी भी चीज़ नूं नाश ਹੁੰਦਿਆਂ ਚਿਰ नहीं लगता, ਜਾਂਦੇ बिलम ना होवे। कहते बिलम का अर्थ देरी नहीं लगती। वाहिद एक परमात्मा ही एक ऐसा है जो सਦੀवी है। बाकी सारिया चीज़ां जो असी मनुख रूप च देख रहे हैं, पदार्थ रूप दे विच देख रहे हैं, एक सैकंड दे विच खत्म होने वालियां ने। ये अखां दा सिर्फ एक धोखा है, एक झलकारा है, पर मनुख की दौड़ इहदे पिछे लगी है। सब कहते जानते बिलम ना होवे, एक सैकंड नहीं लगता हत्थां तो विछड़न लग्या। कई बार असी ख्याल सुने होणगे, मनुख चंगा भला बैठा है, एक सैकंड दे विच श्वास निकल गए, पलां दे विच साथ छड़ गया, पर मनुख ने पकड़ उहदे नाल बना के बैठा है, रो के रहा है, क्योंकि उहदे नाल पकड़ बनी है, उहदी मोह दी जंजीर उहदे नाल जुड़ी है। हुण मोह की जंजीर जिहड़ी जुड़ी है, ये बर्दाश्त किवें करे कि मेरे तो कोई टुट जाए। पर सब कहते सच ये है जो देख रहे हैं, ये टुटना है, ये मिटना है, तो एक सैकंड विच मिट जाना है, क्योंकि सिर्फ एक परमात्मा ही है जो सदीवी रहने वाला है। उहदा हुक्म उहदे गुण ही ने जो सदीवी रहने वाले ने। मेरे मन सतगुर की सेवा लाग। फिर हे मेरे मन, गुरु दे दसे हुए बचनां दी कमाई कर। गुरु की सेवा की है? गुरु दे हुक्म ते चलना, गुरु दे उपदेशां नूं जीवन दे विच वसाउणा, इंप्लीमेंट करना गुरु दे सिद्धांत नूं। जो दिसै सो विणसणा, मन की मत त्याग। जो कुछ तू दिस रहा ना, अपनियां अखां दे नाल देख रहा, हे मेरे मन, जिहदे पिछे तुर के, अपने मन दे पिछे तुर के जो तू दुनिया के पदार्थां दा मोह आदिक रस दे विच पिया होया ना, सब कहंदे इहनूं त्याग दे। ये मोह माया पदार्थ जीवन विचों त्याग दे, क्योंकि जो कुछ दिस रहा है ना, ये सब नाशवंत है, सब मिट जाना है। अगली पंक्तियां ने दूसरा बंद पावन शब्द दा। सब कहंदे ज्यों कूकर हर घाया, तावें दैन दिस जाए। हुण साहिब जी एक बचन कह रहे, कूकर का अर्थ हुंदा कुत्ता, डॉग। हरकाया का अर्थ है हड़का होया। उही कुत्ता जे वफादारी करे अपने मालक दी, जे वो हड़किया ना होवे तो उहदे वर्गा वफादार कोई नहीं है। पर जदों वो हड़क जाता है, उहदा दिमाग पागल हो जाता है, तो फिर वो अपने मालक नूं भी खा जाता है। सब कहते ज्यों कुकर हरकाया, तावें दैन दिस जाए। दैन दिस अर्थ हुंदा दसां दिशां वल दौड़ना, पागल वांगू सिर मारना, इधर उधर भजना। सब कहते जिवें एक हड़काया कुत्ता दौड़दा है ना, ते हर पासे वल भजदा है। लोभी जंत न जाणे, भख अपख सब खाए। क्या बचन ने पातशाह दे। कहते तेवें लोभी जीव नूं भी कुछ नहीं सुझदा। जिहड़ा मनुख लालच दे पिछे तुर पिया ना, जिन्हें अपने जीवन विच लालच ते लोभ नूं अपने जीवन विच थां दे दिता, सब कहते उहदी मत भी हड़क जाती है। वो भी किसी का मित नहीं जे बनता, वो किसी का वफादार हो ही नहीं सकता, वो तो बेवफाई करेगा, क्योंकि वो कुत्ते वांगू उहदा सुभाव बन चुके है। लोभी जंत न जाणे, पक अपक सब खाए। सब कहते जिवें लोभी नूं कुछ नहीं सुझदा, चंगी मंदी हरेक चीज़ खा लैंदा है कुत्ता, इवें ही लेबी मनुख की फितरत है। उन्होंने नहीं दिस रहा कि आज जो मैं रोटी खा रहा ये मेरे फायदे दी है, आ जिहड़ा मैं शराब पी रहा ये मैनूं नुकसान करेगी, आ जिहड़े नशे कर रहा मैं नुकसान नहीं, बस गंद मंद विच मूँह पाया। तो मैं कई बार हैरान हुन्ना जो मनुख की हालत देखदा, मनुख ते बनाया सी रब वर्गा, पर खा ये भी जानवरों वाली गंदगी रहे, खा गंदगी रहे। नशे पीने, गंदगी विच मूँह मारना, कई नशे इहो जिहे मैं हैरान हो जाना। नौजवान निके निके बच्चे फैविकॉल ही खाई जा रहे हैं, सलोशन ही पी जा रहे हैं। कमाल की गल है ना, गंदगी खा रहे हैं। हुण ये गंदगी क्यों खा रहे हैं? क्योंकि मन लालची है।
ਜਦੋਂ ਮਨ ਲਾਲਚੀ ਹੁੰਦਾ ਹੈ, ਮਨ ਦਾ ਸੁਭਾਅ ਕੁੱਤੇ ਵਾਲਾ ਹੈ, ਤੇ ਕੁੱਤੇ ਦੀ ਸੁਭਾਅ ਦੇ ਫਿਤਰਤ ਜਦੋਂ ਹਲਕਾਏ ਵਾਲੀ ਬਣ ਜਾਂਦੀ ਹੈ ਨਾ, ਫਿਰ ਉਹ ਗੰਦਗੀ ਵਿੱਚ ਮੂੰਹ ਮਾਰਦਾ ਹੈ। ਜਿਹੜਾ ਮਨੁੱਖ ਗੰਦੀਆਂ ਵਿਚਾਰਾਂ ਵਿੱਚ ਜਾਵੇ, ਗੰਦਗੀ 'ਚ ਮੂੰਹ ਮਾਰਨਾ ਹੈ। ਜਿਹੜਾ ਮਨੁੱਖ ਅਵਗੁਣਾਂ ਦੇ ਵਿੱਚ ਜਾਵੇ, ਉਹ ਗੰਦਗੀ 'ਚ ਮੂੰਹ ਮਾਰ ਰਿਹਾ ਹੈ। ਤਮਾਮ ਦੁਨੀਆ ਝਾਤੀ ਮਾਰ ਕੇ ਦੇਖ ਲਓ, ਜੇ ਮੇਰੇ ਵਿੱਚ, ਸਾਡੇ ਵਿੱਚ, ਮੇਰੇ ਵਿੱਚ ਵੀ ਫਿਤਰਤ ਆ ਨਾ, ਮੈਂ ਵੀ ਕੀ ਕਰੂੰਗਾ? ਗੰਦਗੀ ਇਕੱਠੀ ਕਰੂੰਗਾ, ਗੁਣ ਨਹੀਂ। ਮੇਰਾ ਸੁਭਾਅ ਵੀ ਗੰਦਗੀ ਇਕੱਠੀ ਕਰਨ ਦਾ ਹੈ, ਆਪਣੇ ਅੰਦਰ ਗੰਦਗੀ ਸੁੱਟਣ ਦਾ। ਦੇਖੋ ਕੈਸਾ ਇੱਕ ਇਨਸਾਨ ਆ ਨਾ, ਘਰ ਵਿੱਚ ਝਾੜੂ ਮਾਰ ਕੇ ਗੰਦਗੀ ਬਾਹਰ ਕੱਢਦਾ ਹੈ, ਪਰ ਦੁਨੀਆ ਦੀ ਸਾਰੀ ਗੰਦਗੀ ਵਿਚਾਰਾਂ ਦੇ ਨਾਲ, ਅੱਖਾਂ ਨਾਲ ਵੇਖ ਕੇ, ਕੰਨਾਂ ਨਾਲ ਸੁਣ ਕੇ ਆਪਣੇ ਅੰਦਰ ਸੁੱਟਦਾ ਹੈ। ਆਪਣੇ ਸੰਸਾਰੀ ਘਰ ਵਿੱਚ ਰਹਿੰਦਾ ਹੋਇਆ ਆਪਣੇ ਘਰ ਨੂੰ ਸੁੰਬਰਦਾ ਹੈ, ਝਾੜੂ ਮਾਰਦਾ ਹੈ, ਡਸਟਿੰਗ ਮਾਰਦਾ ਹੈ ਕਿ ਇਹਦੇ ਵਿੱਚ ਮੈਂ ਰਹਿਣਾ ਹੈ, ਸਾਫ਼ ਸੁਥਰਾ ਹੋਵੇ, ਪਰ ਆਪਣੇ ਸਰੀਰ ਦੇ ਵਿੱਚ ਦੁਨੀਆ ਦੀ ਤਮਾਮ ਗੰਦਗੀ ਸੁੱਟ ਰਿਹਾ ਹੈ। ਕੁਝ ਜੀਭਾਂ ਦੇ ਲਾਲਚ ਵਿੱਚ, ਕੁਝ ਅੱਖਾਂ ਦੇ ਲਾਲਚ ਵਿੱਚ, ਕੁਝ ਕੰਨਾਂ ਦੇ ਲਾਲਚ ਵਿੱਚ ਇਤਨੀ ਗੰਦਗੀ ਇਹਨੇ ਆਪਣੇ ਅੰਦਰ ਇਕੱਠੀ ਕਰ ਲਈ ਹੈ ਨਾ, ਹੁਣ ਨੇਤਰਾਂ ਤੋਂ ਇਹਨੂੰ ਸੱਚ ਵੀ ਨਜ਼ਰ ਨਹੀਂ ਆਉਂਦਾ, ਕਿਉਂਕਿ ਗੰਦਗੀ ਭਰ ਗਈ ਹੈ। ਮੂੰਹ ਚੋਂ ਹੁਣ ਉਹ ਗੰਦਗੀ ਭਰੀ ਹੈ, ਮੂੰਹ ਚੋਂ ਵੀ ਗੰਦਗੀ ਬੋਲ ਹੀ ਬੋਲਦਾ ਹੈ। ਕਿਸੇ ਦੀ ਧੀ ਭੈਣ ਬਾਰੇ ਬੋਲ ਦਿੰਦਾ ਹੈ, ਕਿਸੇ ਦੇ ਬੱਚਿਆਂ ਬਾਰੇ ਬੋਲ ਦਿੰਦਾ ਹੈ, ਕਿਸੇ ਦੀ ਔਰਤ ਬਾਰੇ ਬੋਲ ਦਿੰਦਾ ਹੈ, ਝੱਟ ਗੰਦਗੀ ਬਾਰੇ ਬੋਲ ਦਿੰਦਾ ਨਾ। ਇਹ ਵੇਂਦਾ ਹੀ ਨਹੀਂ ਵੀ ਮੇਰੇ ਸਿਰ ਤੇ ਪੱਗ ਸੱਜੀ ਹੈ, ਵੀ ਮੈਨੂੰ ਤੇ ਗੁਰੂ ਦਾ ਹੁਕਮ ਹੈ, ਪਰ ਬੇਟੀ ਕੋ ਬੇਟੀ ਜਾਣਾ ਹੈ, ਪਰ ਇਸਤਰੀ ਕੋ ਮਾਤ ਬਖਾਨਾ ਹੈ, ਪਰ ਇਹ ਮੂੰਹ ਤੋਂ ਗੰਦਗੀ ਹੀ ਬੋਲਦਾ ਹੈ, ਹੰਕਾਰ ਬੋਲਦਾ ਹੈ, ਲਾਲਚੀ ਸੁਭਾਅ ਹੈ। ਸਭ ਕਹਿੰਦੇ ਲੋਭੀ ਜੰਤ ਨਾ ਜਾਣੇ, ਭੱਕ ਅਭੱਕ ਸਭ ਖਾਏ। ਜਿਵੇਂ ਲੋਭੀ ਜੀਵ ਨੂੰ ਕੁਝ ਨਹੀਂ ਸੁਝਦਾ, ਜਿਵੇਂ ਲੋਭੀ ਨੂੰ ਕੁਝ ਨਹੀਂ ਸੁਝਦਾ, ਚੰਗੀ ਮੰਦੀ ਹਰੇਕ ਚੀਜ਼ ਖਾ ਜਾਂਦਾ ਹੈ। ਕਹਿੰਦੇ ਤਵਿਆ ਹਾਲ ਇਸ ਮਨੁੱਖ ਦਾ ਹੈ, ਇਹ ਗੁਰਮਤ ਨੂੰ ਅਪਣਾਉਂਦਾ ਨਹੀਂ, ਮਨ ਦੀ ਮੱਤ ਪਿੱਛੇ ਲੱਗ ਕੇ ਗੰਦਗੀ ਸਾਰੀ ਆਪਣੇ ਇਸ ਸੋਹਣੇ ਹਿਰਦੇ ਘਰ ਵਿੱਚ ਸੁੱਟ ਰਿਹਾ ਹੈ। ਜਿੱਥੇ ਆਪ ਰਹਿਣਾ ਹੈ ਉੱਥੇ ਵਧੀਆ ਪਰਫਿਊਮ ਲਾਏ ਨੇ, ਏਸੀ ਲਾਏ ਨੇ, ਵਧੀਆ ਘਰ ਬਣਾਇਆ ਹੈ, ਤੇ ਜਿੱਥੇ ਪ੍ਰਮਾਤਮਾ ਨੇ ਰਹਿਣਾ ਉੱਥੇ ਗੰਦਗੀ ਪਾ ਕੇ ਬੈਠਾ ਹੈ। ਕਾਮ ਕ੍ਰੋਧ ਮਦ ਵਿਆਪਿਆ, ਫਿਰ ਜੋਨੀ ਪਾਏ। ਸਭ ਕਹਿੰਦੇ ਨੰਬਰ 1 ਤੇ ਕਾਮਨਾਵਾਂ, ਨੰਬਰ 1 ਤੇ ਕਾਮਨਾਵਾਂ, ਮੇਰੀਆਂ ਕਾਮਨਾਵਾਂ, ਇੱਛਾਵਾਂ। ਕਾਮ ਦਾ ਅਰਥ ਆ ਕਾਮਨਾਵਾਂ, ਡਿਜ਼ਾਇਰਸ, ਇੱਛਾਵਾਂ। ਉਹ ਔਰਤ ਦੀ ਹੋਵੇ, ਉਹ ਪਦਾਰਥ ਦੀ ਹੋਵੇ, ਉਹ ਕੁਰਸੀ ਦੀ ਹੋਵੇ, ਉਹ ਪ੍ਰਧਾਨਗੀ ਦੀ ਹੋਵੇ, ਉਹ ਲਾਲਚ ਦੀ ਹੋਵੇ, ਕੋਈ ਵੀ ਕਾਮਨਾ। ਹੁਣ ਉਹ ਕਾਮਨਾਵਾਂ ਜਦੋਂ ਮੇਰੀਆਂ ਪੂਰੀਆਂ ਨਹੀਂ ਹੁੰਦੀਆਂ, ਫਿਰ ਕ੍ਰੋਧ ਚੜ੍ਹਦਾ ਹੈ, ਫਿਰ ਗੁੱਸਾ ਆਉਂਦਾ ਵੀ ਮੇਰੀ ਕਾਮਨਾ ਇਸ ਮਨੁੱਖ ਤੋਂ ਪੂਰੀ ਨਹੀਂ ਹੋ ਰਹੀ। ਆ ਕਿਉਂ ਕਤਲ ਕੀਤੇ ਜਾਂਦੇ ਨੇ? ਕਿਸੇ ਦੇ ਮੂੰਹ ਤੇ ਤੇਜ਼ਾਬ ਸੁੱਟ ਦਿੱਤਾ, ਪਹਿਲਾਂ ਕਾਮਨਾ ਜਾਗੀ, ਹੁਣ ਉਹ ਤੋਂ ਉਹਨੇ ਉਹ ਕਾਮਨਾਵਾਂ ਤੋਂ ਇਨਕਾਰ ਕਰ ਦਿੱਤਾ, ਗੁੱਸਾ ਚੜਿਆ, ਮੂੰਹ ਤੇ ਤੇਜ਼ਾਬ ਸੁੱਟ ਦਿੱਤਾ। ਧੀ ਕੋਲੋਂ ਦਾਜ ਮੰਗਿਆ, ਨੂੰਹ ਕੋਲੋਂ, ਨੂੰਹ ਕਹਿੰਦੀ ਮੈਂ ਨਹੀਂ ਲੈ ਕੇ ਦੇਣਾ, ਉਹਨੂੰ ਅੱਗ ਨਾਲ ਸਾੜ ਦਿੱਤਾ। ਪਹਿਲਾਂ ਕਾਮਨਾਵਾਂ ਜਨਮ ਲੈਂਦੀਆਂ ਨੇ, ਫਿਰ ਜਦੋਂ ਕਾਮਨਾ ਪੂਰੀ ਨਹੀਂ ਹੁੰਦੀ, ਫਿਰ ਕ੍ਰੋਧ ਪੈਦਾ ਹੁੰਦਾ ਹੈ। ਕ੍ਰੋਧ ਅਪਰਾਧ ਨੂੰ ਜਨਮ ਦਿੰਦਾ ਹੈ। ਤੋ ਸਭ ਕਹਿੰਦੇ ਕਾਮ ਕ੍ਰੋਧ ਮਦ ਵਿਆਪਿਆ। ਮਦ ਹੁੰਦਾ ਨਸ਼ੇ ਵਿੱਚ। ਇਹ ਵੀ ਇੱਕ ਐਸਾ ਨਸ਼ਾ ਹੈ ਜੋ ਮਨੁੱਖ ਨੂੰ ਅੱਖਾਂ ਤੋਂ, ਕੰਨਾਂ ਤੋਂ ਬੋਲਾ ਕਰ ਦਿੰਦਾ ਹੈ। ਸਭ ਕਹਿੰਦੇ ਕਾਮ ਕ੍ਰੋਧ ਦੇ ਨਸ਼ੇ ਦੇ ਵਿੱਚ ਫਸਿਆ ਹੋਇਆ ਮਨੁੱਖ, ਕਾਮ ਕ੍ਰੋਧ ਮਦ ਵਿਆਪਿਆ, ਕਾਮ ਕ੍ਰੋਧ ਦੇ ਨਸ਼ੇ ਵਿੱਚ ਫਸਿਆ ਹੋਇਆ ਮਨੁੱਖ ਫਿਰ ਜੋਨੀ ਪਾਏ। ਕਹਿੰਦੇ ਬਾਰ-ਬਾਰ ਇਸੇ ਮਨੁੱਖਾ ਜੀਵਨ ਵਿੱਚ ਪਤਾ ਨਹੀਂ ਕਿੰਨੇ ਜਾਨਵਰਾਂ ਦੀਆਂ ਜੋਨਾਂ ਭਟਕਦਾ ਹੈ। ਕਦੀ ਸੱਪ ਦੀ, ਕਦੀ ਹਾਥੀ ਦੀ, ਜਦੋਂ ਕਾਮ ਕਰਦਾ ਹੈ, ਹਾਥੀ ਦੀ, ਸੱਪ ਦੀ, ਕੁੱਤੇ ਦੀ, ਕਿੰਨੀਆਂ ਜੋਨਾਂ ਭਟਕ ਰਿਹਾ ਹੈ। ਮਨੁੱਖਾ ਸਰੀਰ ਹੈ, ਪਰ ਆਪਣੀਆਂ ਉਹ ਜੋਨਾਂ ਦੇ ਵਿੱਚ ਘੁੰਮ ਰਿਹਾ ਹੈ, ਜਿਉਂਦਿਆਂ ਜਾਗਦਿਆਂ। ਆਪਣੇ ਵੱਲ ਝਾਤੀ ਮਾਰਿਓ ਕਿਤੇ, ਜਦੋਂ ਅਸੀਂ ਕਾਮ ਨੂੰ ਚਿਤਵਦੇ ਹੁੰਦੇ ਨਾ, ਸਰੀਰ ਮਨੁੱਖ ਦਾ ਹੁੰਦਾ ਹੈ, ਪਰ ਚਿਤਵਦੇ ਹਾਥੀ ਵਾਂਗੂ ਆ, ਉਦੋਂ ਹਾਥੀ ਦੀ ਜੋਨ ਵਿੱਚ ਆ। ਜਦੋਂ ਅਸੀਂ ਅੰਦਰ ਜ਼ਹਿਰ ਭਰਿਆ ਹੁੰਦਾ ਨਾ, ਕਿਸੇ ਦੇ ਉੱਤੇ ਸੁੱਟਣਾ ਹੁੰਦਾ, ਅੰਦਰ ਕਿਸੇ ਦੇ ਪ੍ਰਤੀ ਕ੍ਰੋਧ ਚੜ੍ਹ ਰਿਹਾ, ਕਿਸੇ ਦੀਆਂ ਗੁੱਸਾ ਚੜ੍ਹ ਰਿਹਾ, ਇਹ ਆਪਣੇ ਅੰਦਰ ਅਸੀਂ ਸੱਪ ਦਾ ਸੁਭਾਅ ਧਾਰਨ ਕਰ ਲਿਆ। ਹੁਣ ਮੌਕਾ, ਉਡੀਕ ਹੈ ਕਦੋਂ ਇਹ ਜ਼ਹਿਰ ਮੈਂ ਉਹਦੇ ਉੱਪਰ ਸੁੱਟਾਂ, ਤੇ ਜਦੋਂ ਮੂੰਹ ਚੋਂ ਅਸੀਂ ਅੱਗ ਭਰਪੂਰ ਬੋਲਦੇ ਹਾਂ, ਅਸੀਂ ਦੂਜੇ ਨੂੰ ਡਸ ਰਹੇ ਹਾਂ। ਤੋ ਇਹ ਜੋਨੀ ਪਾਏ, ਬਾਰ-ਬਾਰ ਜੋਨਾਂ 'ਚ ਘੁੰਮ ਰਹੇ ਹਾਂ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ। ਪਸਾਰਿਆ ਦਾ ਅਰਥ ਹੁੰਦਾ ਖਿਲਾਰਿਆ, ਭੀਤਰ ਦਾ ਅਰਥ ਹੈ ਵਿੱਚ। ਸਭ ਕਹਿੰਦੇ ਮਾਇਆ ਦੇ
ਪਦਾਰਥਾਂ ਦਾ ਜਿਹੜਾ ਚੋਗਾ ਵਾ ਨਾ, ਉਹ ਮਾਇਆ ਨੇ ਤਿਆਰ ਕੀਤਾ ਹੋਇਆ ਹੈ। ਮਾਇਆ ਨੇ ਇਹ ਚੋਗਾ ਤਿਆਰ ਕੀਤਾ ਹੋਇਆ ਹੈ, ਜਾਲ ਮਾਇਆ ਨੇ ਪਾਇਆ ਹੋਇਆ ਹੈ, ਜਿਹਦੇ ਵਿੱਚ ਪਦਾਰਥਾਂ ਦਾ, ਵਿਕਾਰਾਂ ਦਾ ਚੋਗਾ ਪਾਇਆ ਹੋਇਆ ਹੈ। ਭੀਤਰ ਚੋਗ ਬਣਾਏ, ਇਹ ਚੋਗ ਖਿਲਾਰਿਆ ਹੋਇਆ ਹੈ, ਤਿਆਰ ਕਰਕੇ ਉਹ ਜਾਲ ਖਿਲਾਰ ਦਿੱਤਾ ਹੈ। ਮਾਇਆ ਨੇ ਕੀ ਕੀਤਾ ਹੈ? ਵਿਕਾਰਾਂ ਦਾ, ਪਦਾਰਥਾਂ ਦਾ, ਕਾਮਨਾਵਾਂ ਦਾ ਚੋਗਾ ਖਿਲਾਰ ਦਿੱਤਾ ਹੈ, ਤੇ ਉਹ ਜਾਲ ਜਿਹੜਾ ਹੈ ਪਸਾਰ ਦਿੱਤਾ ਹੈ। ਤੇ ਸਾਹਿਬ ਕਹਿੰਦੇ ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨ ਪਾਏ ਮਾਏ। ਫਾਸਿਆ ਦਾ ਅਰਥ ਹੈ ਫਸਾਇਆ, ਫਸਾਇਆ ਹੋਇਆ। ਨਿਕਸ ਦਾ ਅਰਥ ਹੈ ਖਲਾਸੀ। ਸਾਹਿਬ ਕਹਿੰਦੇ ਮਾਇਆ ਦੀ ਤ੍ਰਿਸ਼ਨਾ ਨੇ, ਮਾਇਆ ਦੇ ਲਾਲਚ ਨੇ, ਮਾਇਆ ਦੀ ਤ੍ਰਿਸ਼ਨਾ ਨੇ ਜੀਵ ਰੂਪੀ ਪਕਸ਼ੀ ਨੂੰ ਇਸ ਮਾਇਆ ਦੇ ਜਾਲ ਵਿੱਚ ਫਸਾਇਆ ਹੋਇਆ ਹੈ। ਮਾਇਆ ਦਾ ਜਾਲ ਪਿਆ ਹੋਇਆ ਹੈ, ਜਿਹਦੇ ਵਿੱਚ ਚੋਗਾ ਖਿਲ ਰਿਹਾ ਹੈ, ਵਿਕਾਰਾਂ ਦਾ, ਪਦਾਰਥਾਂ ਦਾ, ਇਹ ਤਮਾਮ ਦੁਨੀਆ ਦਾ, ਜਿਹੜੇ ਅਸੀਂ ਦੇਖ ਰਹੇ ਹਾਂ। ਹੁਣ ਅਸੀਂ ਉਸ ਚੋਗੇ ਦੇ ਚੁੱਗ ਰਹੇ ਹਾਂ। ਹੁਣ ਮਾਇਆ ਨੇ ਕੀ ਕੀਤਾ ਹੈ? ਆਪਣਾ ਜਾਲ ਪਾ ਲਿਆ। ਤ੍ਰਿਸ਼ਨਾ ਪੰਖੀ ਫਾਸਿਆ। ਤ੍ਰਿਸ਼ਨਾ ਦੇ ਵਿੱਚ, ਤ੍ਰਿਸ਼ਨਾ ਦਾ ਸੁਭਾਅ ਕੀ ਹੈ? ਹੋਰ ਦੀ ਤੜਫ। ਇੱਕ ਗੱਲ ਪੂਰੀ ਹੋਈ, ਦੂਜੀ ਹੋਰ ਚਾਹੀਦੀ ਹੈ। ਤ੍ਰਿਸ਼ਨਾ ਦੀ ਅੱਗ ਦੇ ਵਿੱਚ ਇਹ ਪਕਸ਼ੀ ਫਸਿਆ ਹੋਇਆ ਹੈ। ਨਿਕਸ ਨਾ ਪਾਏ ਮਾਏ। ਹੇ ਮੇਰੀ ਮਤ ਰੂਪੀ ਮਾਂ, ਇਹ ਜੀਵ ਉਸ ਜਾਲ ਦੇ ਵਿੱਚੋਂ ਮੁਕਤ ਨਹੀਂ ਹੋ ਪਾ ਰਿਹਾ। ਸਤਿਗੁਰੂ ਇਹਨੂੰ ਆਜ਼ਾਦ ਕਰਨਾ ਚਾਹੁੰਦੇ ਨੇ, ਇਹਨੂੰ ਫਰੀਡਮ ਦੇਣੀ ਚਾਹੁੰਦੇ ਨੇ। ਇਸੇ ਕਰਕੇ ਬਾਰ-ਬਾਰ ਇਹਦੀ ਸੋਚ ਨੂੰ ਆਜ਼ਾਦ ਕਰਦੇ ਨੇ। ਜਦੋਂ ਕਹਿੰਦੇ ਤੂੰ ਵਾਹਿਦ ਇੱਕ ਪ੍ਰਮਾਤਮਾ ਨੂੰ ਮੰਨਣਾ ਹੈ, ਹੋਰ ਕਿਸੇ ਕੋਲ ਨਹੀਂ ਜਾਣਾ, ਤਾਂ ਇਹਦੀ ਸੋਚ ਨੂੰ ਆਜ਼ਾਦ ਕਰ ਰਹੇ ਆ। ਇਸ ਪਕਸ਼ੀ ਨੂੰ ਇੰਡੀਪੈਂਡੈਂਟ ਲਾਈਫ ਜਿਉਣ ਦੀ ਤਾਕੀਦ ਕਰ ਰਹੇ ਆ, ਪਰ ਇਹ ਆਜ਼ਾਦ ਨਹੀਂ ਹੋਣਾ ਚਾਹੁੰਦਾ। ਇਹ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਰਦਾ ਹੈ। ਸਾਡਾ ਹਾਲ ਨਾ ਉਸ ਤੋਤਿਆਂ ਵਾਲਾ ਹੈ। ਕਹਿੰਦੇ ਕੋਈ ਰਿਸ਼ੀ ਸੀ, ਉਹਨੇ ਦੇਖੇ ਕਿ ਤੋਤਿਆਂ ਤੇ ਤਰਸ ਖਾ ਲਿਆ ਉਹਨੇ, ਕਿ ਭਾਈ ਇਹ ਤੋਤੇ ਸ਼ਿਕਾਰੀ ਦੇ ਵੱਸ ਪੈ ਜਾਂਦੇ ਨੇ, ਕਿਉਂ ਨਾ ਇਹਨਾਂ ਨੂੰ ਮੈਂ ਟ੍ਰੇਨ ਕਰਾਂ, ਇਹਨਾਂ ਨੂੰ ਸਮਝਦਾਰ ਬਣਾਵਾਂ ਕਿ ਇਹ ਸ਼ਿਕਾਰੀ ਦੇ ਜਾਲ ਵਿੱਚ ਨਾ ਫਸਣ। ਹੁਣ ਉਹ ਤੋਤਿਆਂ ਨੂੰ ਵਿਦਿਆ ਪੜ੍ਹਾਉਣ ਲੱਗਾ ਵੀ ਸ਼ਿਕਾਰੀ ਆਏਗਾ, ਜਾਲ ਪਾਏਗਾ, ਅਸੀਂ ਨਹੀਂ ਫਸਣਾ। ਹੁਣ ਇਹ ਗੱਲ ਤੋਤੇ ਰੱਟ ਗਏ, 1-2 ਮਹੀਨੇ 'ਚ ਰੱਟ ਗਏ। ਉਹਨੇ ਸੋਚਿਆ ਵੀ ਹੁਣ ਤੋਤੇ ਬੜੇ ਸਮਝਦਾਰ ਹੋ ਗਏ ਨੇ, ਸਿਆਣੇ ਹੋ ਗਏ ਨੇ, ਹੁਣ ਨਹੀਂ ਫਸਣਗੇ। ਉਹਨੇ ਜੰਗਲ ਵਿੱਚ ਛੱਡ ਦਿੱਤੇ। ਸ਼ਿਕਾਰੀ ਨੇ ਜਾਲ ਪਾਇਆ, ਚੋਗਾ ਪਾਇਆ, ਤੋਤੇ ਉੱਡ ਕੇ ਉਹਦੇ ਉੱਪਰ ਆ ਕੇ ਬਹਿ ਗਏ। ਹੁਣ ਤੋਤੇ ਗਾ ਰਹੇ ਨੇ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਅਸੀਂ ਨਹੀਂ ਫਸਣਾ। ਚੋਗਾ ਵੀ ਨਾਲ ਚੁਗੀ ਜਾ ਰਹੇ ਨੇ। ਸ਼ਿਕਾਰੀ ਨੇ ਜਾਲ ਨੂੰ ਖਿੱਚਿਆ, ਮੋਢੇ ਤੇ ਪਾ ਲਿਆ। ਹੁਣ ਤੋਤੇ ਉਸ ਜਾਲ ਵਿੱਚ ਫਸੇ ਹੋਏ ਨੇ, ਤਾਂ ਵੀ ਕਹਿ ਰਹੇ ਨੇ ਸ਼ਿਕਾਰੀ ਆਏਗਾ, ਜਾਲ ਪਾਏਗਾ। ਸਾਡੀ ਜ਼ਿੰਦਗੀ ਵੀ ਅੱਜ ਇੱਥੇ ਹੀ ਖਲੋਤੀ ਹੈ। ਗੁਰਬਾਣੀ ਦੇ ਉਪਦੇਸ਼ ਸ਼ਬਦ ਮੂੰਹ ਤੋਂ ਗਾਏ ਜਾ ਰਹੇ ਨੇ। ਸਤਿਗੁਰੂ ਕਹਿੰਦੇ ਇਸ ਮਾਇਆ ਦੇ ਜਾਲ ਚੋਂ ਬਾਹਰ ਨਿਕਲ ਜਾ। ਸਭ ਕਹਿੰਦੇ ਵਿਕਾਰਾਂ ਦੀ ਦਲਦਲ ਵਿੱਚੋਂ ਬਾਹਰ ਨਿਕਲ ਜਾ। ਰੋਜ਼ ਗੁਰਬਾਣੀ, ਸਤਿਗੁਰੂ ਕੇ ਉਪਦੇਸ਼ ਸਾਨੂੰ ਸਮਝਾਏ ਜਾ ਰਹੇ ਨੇ, ਪਰ ਅਸੀਂ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਮੂੰਹ ਤੋਂ ਕਹੀ ਜਾਂਦੇ ਆ ਸਤਿਗੁਰੂ ਜੀ ਇਸ ਮਾਇਆ ਦੇ ਜਾਲ ਚੋਂ ਬਾਹਰ ਕੱਢ ਦਿਓ, ਮੂੰਹ ਚੋਂ ਕੱਢੀ ਜਾ ਰਹੇ ਆ, ਪਰ ਮੰਨ ਨਹੀਂ ਰਹੇ ਗੁਰੂ ਦੀ ਗੱਲ। ਤੇ ਜਦ ਤੱਕ ਗੁਰੂ ਦੀ ਗੱਲ ਨਹੀਂ ਨਾ ਮੰਨਦੇ, ਅਸੀਂ ਇਹਦੇ ਵਿੱਚ ਫਸੇ ਰਵਾਂਗੇ। ਤੋ ਸਾਹਿਬ ਕਹਿੰਦੇ ਜਿਨ ਕੀਤਾ ਤਿਸੇ ਨਾ ਜਾਣੇ, ਫਿਰ ਆਵੇ ਜਾਏ। ਜਿਸ ਕਰਤਾਰ ਪ੍ਰਮਾਤਮਾ ਨੇ ਇਹਨੂੰ ਪੈਦਾ ਕੀਤਾ ਹੈ, ਜਿਨ ਕੀਤਾ, ਜਿਸ ਨਿਰੰਕਾਰ ਨੇ ਇਹਨੂੰ ਜੀਵਨ ਦਿੱਤਾ ਹੈ, ਤਿਸੇ ਨਾ ਜਾਣੇ, ਉਹਨੂੰ ਇੱਕ ਰਤਿਕ ਮਾਤਰ ਵੀ ਨਹੀਂ ਪਹਿਚਾਣਦਾ, ਉਹਨੂੰ ਜਾਣਦਾ ਹੀ ਨਹੀਂ। ਫਿਰ ਆਵੇ ਜਾਏ, ਤੇ ਨਿਤ ਆਤਮਿਕ ਜੀਵਨ ਵਿੱਚ ਮਰਦਾ ਹੈ, ਜੰਮਦਾ ਹੈ। ਇਹ ਜੰਮਣ ਮਰਨ ਦੇ ਇਸ ਗੇੜ ਵਿੱਚ ਪਿਆ ਹੋਇਆ ਹੈ। ਅਨੇਕ ਪ੍ਰਕਾਰੀ ਮੋਹਿਆ, ਬਹੁਬਿਧ ਇਹ ਸੰਸਾਰ। ਬਹੁਬਿਧ ਬਹੁਤ ਤਰੀਕਿਆਂ ਨਾਲ। ਕਹਿੰਦੇ ਇਸ ਜਗਤ ਨੂੰ ਮਾਇਆ ਨੇ ਅਨੇਕ ਕਿਸਮਾਂ ਦੇ ਰੂਪ ਰੰਗਾਂ ਵਿੱਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ। ਅਨੇਕ ਪ੍ਰਕਾਰੀ ਮੋਹਿਆ, ਬਹੁਬਿਧ ਇਹ ਸੰਸਾਰ। ਸਭ ਕਹਿੰਦੇ ਇਸ ਸੰਸਾਰ ਨੂੰ ਮਾਇਆ ਨੇ ਬਹੁਤ ਤਰੀਕਿਆਂ ਦੇ ਨਾਲ ਆਪਣੇ ਮਾਇਆ ਦੇ ਜਾਲ ਵਿੱਚ ਫਸਾਇਆ ਹੋਇਆ ਹੈ, ਤੇ ਇਹ ਜੀਵ ਇਸ ਮਾਇਆ ਦੇ ਮੋਹ ਦੇ ਵਿੱਚ ਗ੍ਰਸਿਆ ਹੋਇਆ ਹੈ। ਜਿਸ ਨੂੰ ਰੱਖੈ ਸੋ ਰਹੈ, ਸਮਰੰਤ ਪੁਰਖ ਅਪਾਰ। ਸਭ ਕਹਿੰਦੇ ਇੱਕ ਗੱਲ ਸਮਝ ਪਈ ਹੈ,
ਇਸ ਮਾਇਆ ਦੇ ਜਾਲ ਨੂੰ ਉਹੀ ਕੱਟ ਸਕਦਾ ਹੈ ਜੋ ਤੇਰੀ ਮੱਤ ਨੂੰ ਅਪਣਾ ਲਵੇ, ਜੋ ਤੇਰੇ ਤੇ ਵਿਸ਼ਵਾਸ ਕਰੇ, ਤੇਰੇ ਤੇ ਭਰੋਸਾ ਕਰੇ, ਤੇਰੇ ਤੇ ਐਤਬਾਰ ਕਰੇ ਤੇ ਇਹ ਅਰਦਾਸ ਕਰੇ, ਹੇ ਪਰਿਪੂਰਨ ਪ੍ਰਮਾਤਮਾ ਜੀ ਤੁਸੀਂ ਕਿਰਪਾ ਕਰੋ, ਤੁਸੀਂ ਮੈਨੂੰ ਰੱਖ ਲਓ, ਤੁਸੀਂ ਮੇਰੀ ਰਕਸ਼ਾ ਕਰੋ, ਹੇ ਸਮਰੱਥ ਅਕਾਲ ਪੁਰਖ ਪ੍ਰਮਾਤਮਾ ਜੀ, ਹੇ ਬੇਅੰਤ ਪ੍ਰਭੂ ਜੀ ਤੁਸੀਂ ਆਪ ਮੈਨੂੰ ਬਚਾਓ ਇਹਨਾਂ ਵਿਕਾਰਾਂ ਤੋਂ, ਇਸ ਗੰਦਗੀ ਤੋਂ, ਇਸ ਮਾਇਆ ਦੇ ਜਾਲ ਤੋਂ। ਆਖਰੀਆਂ ਪੰਕਤੀਆਂ। ਹਰ ਜਨ ਹਰ ਲਿਵ ਉਧਰੇ, ਨਾਨਕ ਸਦ ਬਲਿਹਾਰ। ਹਰ ਜਨ ਪਰਿਪੂਰਨ ਪ੍ਰਮਾਤਮਾ ਦੇ ਹੁਕਮ ਤੇ ਚੱਲਣ ਵਾਲੇ ਭਗਤ, ਹਰ ਲਿਵ ਪ੍ਰਮਾਤਮਾ ਦੇ ਨਾਲ ਜੋ ਇੱਕ ਲਿਵਤਾਰ ਪਿਆਰ ਪਾ ਕੇ ਰੱਖਦੇ ਨੇ, ਉਧਰੇ ਉਹਨਾਂ ਦਾ ਉਧਾਰ ਹੋ ਜਾਂਦਾ ਹੈ, ਉਹ ਤਰ ਜਾਂਦੇ ਨੇ। ਨਾਨਕ ਸਦ ਬਲਿਹਾਰ, ਨਾਨਕ ਜੀ ਆਖਦੇ ਫਿਰ ਮੈਂ ਉਹਨਾਂ ਤੋਂ ਸਦਕੇ ਜਾਨਾ, ਬਲਿਹਾਰ ਜਾਨਾ ਪ੍ਰਮਾਤਮਾ ਤੋਂ, ਜੋ ਪਰਿਪੂਰਨ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਕੇ, ਸੱਚੇ ਨਿਰੰਕਾਰ ਦੇ ਹੁਕਮ ਨੂੰ ਫਾਲੋ ਕਰਕੇ, ਇਸ ਮਾਇਆ ਦੇ ਜਾਲ ਨੂੰ ਕੱਟ ਕੇ ਆਜ਼ਾਦ ਸੋਚ ਦੇ ਮਾਲਕ ਬਣ ਜਾਂਦੇ ਨੇ ਤੇ ਪ੍ਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ। ਸੋ ਅੱਜ ਦਾ ਪਾਵਨ 91 ਨੰਬਰ ਸ਼ਬਦ, 91 ਨੰਬਰ ਸ਼ਬਦ ਸ਼੍ਰੀ ਰਾਗ ਦਾ, ਜਿਹਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਹੀ ਪਿਆਰੇ ਤਰੀਕੇ ਨਾਲ ਗੁਰਮਤ ਦੇ ਗਾਡੀ ਰਾਹ ਤੇ ਚੱਲਣ ਦੀ ਤਾਕੀਦ ਕੀਤੀ ਹੈ। ਬੜੇ ਸਾਫ਼ ਬਚਨ ਕਹੇ ਨੇ, ਜੇ ਆਪਣੇ ਮਨ ਦੀ ਮੱਤ ਤਿਆਗ ਦੇ, ਗੁਰੂ ਨੂੰ ਫੋਲੋ ਕਰ। ਆਓ ਗੁਰੂ ਜੀ ਦੇ ਦੱਸੇ ਰਸਤੇ ਤੇ ਚੱਲੀਏ, ਗੁਰੂ ਦੀ ਮੱਤ ਨੂੰ ਅਪਣਾਈਏ, ਆਪਣੀ ਮਨ ਦੀ ਮੱਤ ਤਿਆਗ ਦੀਏ, ਤਾਂ ਹੀ ਹੋਣਗੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਕਰ ਪ੍ਰਭਾਪੇ ਮੇਲੇ। ਭੁੱਲ ਗਲਤੀ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ